जिंदर ते खालिद फरहाद धारीवाल द्वारा संपादित पुस्तक है बंदी खानियां। अफजल एहसन रंधावा दियां कहानियां। कहानी है गोखड़ू। ਮੂੰਹ ਹਨੇਰੇ ਭੋਲੇ ਭਰਾਈ ਨੂੰ ਸਕੂਲ ਵਾਲੇ ਪਿੱਪਲ ਦੇ ਟਹਿਣ ਨਾਲ ਝੂਲਦਿਆਂ ਸਭ ਤੋਂ ਪਹਿਲਾਂ ਕਿਸ ਵੇਖਿਆ ਸੀ? ਇਹਦਾ ਤਾਂ ਕਿਸੇ ਨੂੰ ਪਤਾ ਥੋ ਹੀ ਨਹੀਂ ਸੀ, ਪਰ ਪਲ ਦੋ ਪਲ 'ਚ ਸਾਰੇ ਪਿੰਡ ਨੂੰ ਚਾਨਣ ਹੋ ਗਿਆ। ਲੰਬੜਦਾਰ ਪੱਗ ਸਿਰ ਤੇ ਵਲੇਟਦਾ ਆਪਣੀ ਟੋਰ ਤੇ ਦੌੜ ਪਿਆ ਥਾਣੇ ਵੱਲ। ਪਿੰਡ ਦਾ ਹਰ ਇਆਣਾ ਸਿਆਣਾ ਇਕੱਠਾ ਹੋਇਆ ਸਕੂਲ ਵਾਲੇ ਪਿੱਪਲ ਥੱਲੇ। ਲਾਗੇ ਕੋਈ ਡਰਦਾ ਜਾਏ ਨਾ। ਦੂਰ ਖਲੋ ਕੇ ਤਾੜੀ ਲਾ ਕੇ ਵੇਖੀ ਜਾਵਣ ਭੋਲੇ ਭਰਾਈ ਨੂੰ, ਜਿਹਦਾ ਹਾੜ ਦੀ ਉਸ ਸਵੇਰ ਨਿੰਮੀ ਵਾਰ ਨਾਲ ਹੌਲੀ ਹੌਲੀ ਪਿਆ ਝੂਲਦਾ ਸੀ। ਇੱਕ ਨਵੇਂ ਜਿਹੇ ਨੈਣ ਦਾ ਇੱਕ ਸਿਰਾ ਪੀਚਵੀਂ ਗੰਢ ਨਾਲ ਪਿੱਪਲ ਦੇ ਵੱਡੇ ਟਹਿਣ ਨਾਲ ਬੱਧਾ ਹੋਇਆ, ਦੂਜਾ ਸਿਰਾ ਤਿਲਕਣੀ ਗੰਢ ਨਾਲ ਭੋਲੇ ਭਰਾਈ ਦੀ ਧੌਣ ਦੇ ਮਾਸ 'ਚ ਖੁੱਭਿਆ ਹੋਇਆ ਸੀ। ਭਰਾਈ ਭੋਏ ਤੋਂ ਕੋਈ ਹੱਥ ਖੂਹ ਉੱਤੇ ਟੰਗਿਆ ਹੋਇਆ ਖੁੱਲੇ ਮੂੰਹ ਤੇ ਅੱਡੀਆਂ ਅੱਖਾਂ ਨਾਲ ਪਤਾ ਨਹੀਂ ਕਿੱਧਰ ਵੇਖੀ ਜਾ ਰਿਹਾ ਸੀ। ਉਹਦੇ ਗਾਂਢਿਆਂ ਨਾਲ ਭਰੀ ਹੋਈ ਜੁੱਤੀ ਦੇ ਉੱਤੇ ਉਹਦੀ ਮਾੜੀ ਤੇ ਪੁਰਾਣੀ ਡੰਗੋਰੀ ਦਾ ਇੱਕ ਸਿਰਾ ਟਿਕਿਆ ਸੀ ਤੇ ਢੋਲ ਡੱਗਾ ਉਹਦੀਆਂ ਖੱਦਰ ਦੀਆਂ ਖਾਲੀ ਬਗਲੀਆਂ ਇੱਧਰ ਉੱਧਰ ਖਿਲਰੀਆਂ ਪਈਆਂ ਸਨ। ਉਦਣ 14ਵਾਂ ਰੋਜ਼ਾ ਸੀ। ਕੁਝ ਮੁੰਡਿਆਂ ਖੁੰਡਿਆਂ ਦਾ ਦਿਲ ਭੋਲੇ ਭਰਾਈ ਨੂੰ ਸੌਕੜ ਵਿੱਚੋਂ ਕੱਢਣ ਨੂੰ ਚਾਹੁੰਦਾ ਸੀ, ਪਰ ਲਾਗੇ ਖਲੋਤੇ ਬਾਬੇ ਅੱਲਾ ਲੋਕ ਝਿੜਕ ਕੇ ਉਹਨਾਂ ਨੂੰ ਕਿਹਾ, ਨਾ, ਉਹਦੀ ਕਿਸੇ ਸ਼ੈ ਨੂੰ ਛੇੜਿਆ ਜੇ ਨਾ, ਉਹਨੂੰ ਹੱਥ ਲਾਇਆ ਵੀ ਨਾ, ਜਦੋਂ ਤੀਕ ਸਾਈਂ ਨਹੀਂ ਅੱਪੜ ਜਾਂਦੇ, ਨਹੀਂ ਤਾਂ ਮਾਰੇ ਜਾਓਗੇ। ਕੋਲੋਂ ਕਿਸੇ ਹੋਰ ਸਿਆਣੇ ਆਖਿਆ, ਬੱਜਣ 'ਚ ਕੀ ਕਸਰ ਰਹਿ ਗਈ ਏ ਭਾਈ, ਪਤਾ ਨਹੀਂ ਇਹ ਭੋਲਾ ਸਾਡੇ ਪਿੰਡ ਦੇ ਸੇਰੀ ਕਿਉਂ ਚੜਿਆ ਏ। ਉਦੋਂ ਤੱਕ ਲੰਬੜਦਾਰ ਥਾਣੇ ਤੋਂ ਪਰਤ ਕੇ ਆਉਂਦਾ 3 ਸਿਪਾਹੀ ਵੀ ਨਾਲ ਲੈ ਆਇਆ ਸੀ। ਉਸ ਪਿੱਪਲ ਹੇਠ ਇਕੱਠੀ ਖਲਕਤ ਨੂੰ ਸੁਣਾ ਕੇ ਉੱਚੀ ਸਾਰੀ ਕਿਹਾ, ਥਾਣੇਦਾਰ ਸਾਹਿਬ ਮਗਰ ਟੁਰਿਆ ਆਉਂਦਾ ਹੈ। ਫਿਰ ਉਹ ਸਿਪਾਹੀਆਂ ਦੇ ਟਾਂਗੇ ਵਾਲੇ ਵੱਲ ਗਿਆ, ਬੋਝੇ 'ਚੋਂ 10 ਰੁਪਇਆਂ ਦਾ ਨੋਟ ਲੁਕਾ ਕੇ ਕੱਢਿਆ, ਉਹਦੀ ਮੁੱਠ 'ਚ ਦਿੰਦਿਆਂ ਉਹਨੂੰ ਕਹਿਣ ਲੱਗਾ, ਟਾਂਗਾ ਖੋਲ ਲੈ ਵੀਰ ਮੇਰਿਆ, ਘੋੜੇ ਨੂੰ ਛਾਵੇਂ ਬੰਨ੍ਹ ਕੇ ਪੱਠੇ ਦੱਥੇ ਪਾ ਲੈ। ਤੇ ਚੌਕੀਦਾਰ ਨੂੰ ਉਸ ਸਕੂਲ ਵਿੱਚੋਂ ਕੁਰਸੀਆਂ ਮੇਜ਼ ਕੱਢਣ ਤੇ ਪਿੰਡੋਂ ਮੰਜੀਆਂ ਲਿਆਉਣ ਦਾ ਹੁਕਮ ਦਿੱਤਾ। ਲਾਗੇ ਖਲੋਤੇ ਇੱਕ ਤੇਲੀ ਮੁੰਡੇ ਨੂੰ ਉਸ ਭੋਲੇ ਭਰਾਈ ਦੇ ਵਾਰਸਾਂ ਨੂੰ ਖਬਰ ਕਰਨ ਘੱਲਿਆ। ਭੋਲੇ ਭਰਾਈ ਦਾ ਪਿੰਡ ਨਾਲ ਦੇ ਪਿੰਡ ਤੋਂ ਅਗਲਾ ਸੀ। ਥੋੜ੍ਹੇ ਚਿਰ ਵਿੱਚ ਭੋਲੇ ਭਰਾਈ ਦੀ ਘਰਵਾਲੀ ਵੈਣ ਪਾਉਂਦੀ, ਛਾਤੀ ਤੇ ਦੁਹੱਥੜਾ ਮਾਰਦੀ, ਨਾਲ ਭੋਲੇ ਦਾ ਜਵਾਨ ਸਾਲਾ ਸੁਣਕੇ ਮਾਰਦਾ ਤੇ ਮਗਰ ਭੋਲੇ ਦੇ ਵਿਲਕ ਦੇ 3 ਬਾਲ ਆਣ ਅੱਪੜੇ। ਸਾਰੇ ਪਿੰਡ ਨੂੰ ਇਕੱਠਿਆਂ ਹੋਇਆਂ ਵੇਖ ਕੇ ਭੋਲੇ ਦੀ ਘਰਵਾਲੀ ਦੇ ਵੈਣ ਇੱਕ ਵਾਰ ਤਾਂ ਉੱਚੇ ਹੋ ਗਏ। ਉਹ ਆਪਣੇ ਭਰਾ ਤੇ ਆਪਣੇ ਬਾਲਾਂ ਨਾਲ ਲੋਕਾਂ ਦੀ ਭੀੜ ਚੀਰ ਕੇ ਅਗਾਂਹ ਹੋਈ। ਝੂਲਦੇ ਭੋਲੇ ਨੂੰ ਵੇਖ ਕੇ ਠਠੰਬਰ ਕੇ ਖਲੋ ਗਈ। ਪੱਥਰ ਹੋਈਆਂ ਖਾਲੀ ਨਜ਼ਰਾਂ ਨਾਲ ਆਪਣੇ ਘਰ ਵਾਲੇ ਨੂੰ ਵੇਖਦੀ ਰਹੀ। ਭੋਲੇ ਦੇ ਸਾਲੇ ਨੇ ਬਾਲਾਂ ਨੂੰ ਅਗਾਂਹ ਪਿਓ ਵੱਲ ਵਧਣ ਤੋਂ ਰੋਕਿਆ। ਕੋਈ ਲਾਗੇ ਨਾ ਜਾਏ, ਇੱਕ ਸਿਪਾਹੀ ਨੇ ਕੜਕ ਕੇ ਹੁਕਮ ਦਿੱਤਾ। ਭੋਲਾ ਅਜੇ ਵੀ ਪਿੱਪਲ ਨਾਲ ਹੀ ਪਿਆ ਝੂਲਦਾ ਸੀ ਤੇ ਸਿਪਾਹੀਆਂ ਤੇ ਲੰਬੜਦਾਰ ਦਾ ਕਹਿਣਾ ਸੀ ਵੀ ਜਿੰਨਾ ਚਿਰ ਤੱਕ ਥਾਣੇਦਾਰ ਸਾਹਿਬ ਆ ਕੇ ਖੁਦ ਆਪਣੀ ਅੱਖੀ ਮੌਕਾ ਨਾ ਵੇਖ ਲੈਣ, ਲਾਸ਼ ਨੂੰ ਕਿਸੇ ਹੱਥ ਨਹੀਂ ਲਾਉਣਾ। ਤੇ ਲੰਬੜਦਾਰ ਨੇ ਭੋਲੇ ਦੇ ਸਾਲੇ ਨੂੰ ਇੱਕ ਲਾਂਭੇ ਸੱਦ ਕੇ ਹੌਲੀ ਜੀ ਆਖਿਆ, ਅਫਸਰਾਂ ਦੀ ਰੋਟੀ ਲਈ 4 ਕੁੱਕੜ ਤੇ 2 ਸੇਰ ਘਿਓ ਖਾਲਸ ਦੇਸੀ ਚਾਹੀਦਾ ਹੈ, ਛੇਤੀ ਬੰਦੋਬਸਤ ਕਰਕੇ ਲਿਆਓ। ਨਾਲੇ ਅਫਸਰਾਂ ਦੇ ਟਾਂਗੇ ਨੂੰ 100 ਰੁਪਏ ਭਾੜਾ, ਜਿਹੜਾ ਮੈਂ ਕੋਲੋਂ ਦਿੱਤਾ ਏ। ਅਫਸਰ ਲੋਕ ਰੋਜ਼ੇ ਨਹੀਂ ਰੱਖਦੇ? ਭੋਲੇ ਦੇ ਸਾਲੇ ਨੇ ਮਸਾਂ ਹੀ ਪੁੱਛਿਆ। ਲੰਬੜਦਾਰ ਉਹਨੂੰ ਝਿੜਕ ਕੇ ਬੋਲਿਆ, ਸਫ਼ਰ 'ਚ ਰੋਜ਼ੇ ਮਾਫ਼ ਹੁੰਦੇ ਨੇ, ਨਾਲੇ ਅਫਸਰ ਲੋਕ ਤੇ ਬਾਦਸ਼ਾਹ ਹੁੰਦੇ ਨੇ, ਇਹਨਾਂ ਨੂੰ ਤਾਂ ਖੁਦਾ ਵੀ ਨਹੀਂ ਪੁੱਛਦਾ। ਤੂੰ ਦੌੜ ਤੇ ਲਿਆ ਸ਼ੈਵਾਂ ਛੇਤੀ, ਅਫਸਰਾਂ ਆਉਂਦੀਆਂ ਹੀ ਰੋਟੀ ਖਾਣੀ ਏ। ਅਜੇ ਪਤਾ ਨਹੀਂ ਸਾਡੇ ਤੇ ਕੀ ਵਾਪਰਨੀ ਏ, ਕਰਨੀ ਤੁਹਾਡੀ ਪਰ ਸਾਰਾ ਪਿੰਡ ਰਿਹਾ। ਭੋਲੇ ਦਾ ਸਾਲਾ ਮੂੰਹ ਲਮਕਾ ਕੇ ਦੌੜ ਵਗਿਆ। ਵਿਚਾਰਾ ਪਤਾ ਨਹੀਂ ਕਿੱਧਰੋਂ ਤੇ ਕਿੰਜ 4 ਕੁੱਕੜ 2 ਸੇਰ ਪੱਕਾ ਘਿਓ ਤੇ 100 ਰੁਪਇਆ ਲਿਆ ਕੇ ਲੰਬੜਦਾਰ ਦੇ ਘਰ ਛੱਡ ਕੇ ਫਿਰ ਪਿੱਪਲ ਹੇਠ ਆ ਬੈਠਾ। ਲੰਬੜਦਾਰ ਦੇ ਘਰ 4 ਵਿੱਚੋਂ 2 ਕੁੱਕੜ ਹਾਂਡੀ ਚੜ੍ਹ ਗਏ। ਤੰਦੂਰ ਤੇ ਘਿਓ 'ਚ ਗੁੰਨੀਆਂ ਰੋਟੀਆਂ ਪੱਕਣ ਲੱਗ ਪਈਆਂ ਤੇ ਅਜੇ ਤੱਕ ਥਾਣੇਦਾਰ ਨਹੀਂ ਸੀ ਅੱਪੜਿਆ। ਰੋਟੀ ਵੇਲੇ ਦੇ ਗੇੜ ਵਿੱਚੋਂ ਮੁੜਕੀ ਹੋਇਆ ਥਾਣੇਦਾਰ ਸ਼ੇਖ ਅਲਫਦੀਨ ਪਿੱਪਲ ਹੇਠ ਆਪਣੇ ਘੋੜੇ ਤੋਂ ਉਤਰਿਆ। ਲੰਬੜਦਾਰ ਨੇ ਦੌੜ ਕੇ ਅਫਸਰ ਦੇ ਘੋੜੇ ਦੀ ਵਾਗ ਫੜੀ, ਰਕਾਬ ਨੂੰ ਹੱਥ ਪਾ ਕੇ ਉਹਨੂੰ ਉਤਰਨ 'ਚ ਮਦਦ ਦਿੱਤੀ ਤੇ ਥਾਣੇਦਾਰ ਆਪਣਾ ਪਿਸਤੌਲ ਟੋਪੀ ਤੇ ਰੂਲ ਮੇਜ਼ ਤੇ ਰੱਖਿਆ, ਕੁਰਸੀ ਤੇ ਡਿੱਗ ਪਿਆ। ਇੱਕੋ ਵਾਰ ਦੌੜ ਕੇ ਚੌਕੀਦਾਰ ਤੇ 2 ਤੇਲੀ ਮੁੰਡਿਆਂ ਪੱਖੇ ਫੜੇ ਥਾਣੇਦਾਰ ਨੂੰ 4 ਚਫੇਰਿਓਂ ਝੱਲ ਮਾਰਨ ਲੱਗ ਪਏ। ਸਭ ਸ਼ੈਵਾਂ ਉੱਥੇ ਦੀਆਂ ਉੱਥੇ ਨੇ ਸਰਕਾਰ, ਕਿਸੇ ਹੱਥ ਨਹੀਂ ਲਾਇਆ। ਲੰਬੜਦਾਰ ਭੋਲੇ ਦੀ ਲਾਸ਼ ਜੁੱਤੀ ਢੋਲ ਤੇ ਡੰਗੋਰੀ ਵੱਲ ਇਸ਼ਾਰਾ ਕਰਕੇ ਥਾਣੇਦਾਰ ਨੂੰ ਦੱਸਿਆ, ਇਹਨੂੰ ਥੱਲੇ ਲਾਓ। ਥਾਣੇਦਾਰ ਆਪਣਾ ਮੂੰਹ ਤੇ ਗੰਜਾ ਸਿਰ ਲੰਬੜਦਾਰ ਦੀ ਸਾਫ਼ ਸੁਥਰੀ ਮੋਢੇ ਵਾਲੀ ਚਾਦਰ ਨਾਲ ਪੂੰਝਦਿਆਂ ਬੋਲਿਆ,
ਇਹ ਮਾਂ ਦਾ ਖਸਮ ਕਿਹੜੇ ਮੌਸਮ 'ਚ ਪੀਂਘ ਝੂਟ ਰਿਹਾ ਹੈ। ਦੋ ਮੁੰਡਿਆਂ ਫੁਰਤੀ ਨਾਲ ਪਿੱਪਲ ਤੇ ਚੜ੍ਹ ਕੇ ਰੱਸਾ ਵੱਢਿਆ। ਅਡੋਲੀ ਭੋਲੇ ਦੀ ਲਾਸ਼ ਫੜ ਕੇ ਲਾਗੇ ਪਈ ਖਾਲੀ ਮੰਜੀ ਤੇ ਰੱਖ ਦਿੱਤੀ। ਮਰਨ ਵਾਲੇ ਬਾਰੇ ਮੰਦਾ ਬੋਲਣਾ ਪਿੰਡਾਂ 'ਚ ਚੰਗਾ ਨਹੀਂ ਸਮਝਿਆ ਜਾਂਦਾ। ਇਸ ਲਈ ਅੱਲਾ ਲੋਕ ਬੋਲ ਪਿਆ, ਰੋਜ਼ਿਆਂ 'ਚ ਮਰਨ ਵਾਲਾ ਸਿੱਧਾ ਬਹਿਸ਼ਤ 'ਚ ਜਾਂਦਾ ਹੈ ਸ਼ੇਖ ਜੀ। ਥਾਣੇਦਾਰ ਅੱਲਾ ਲੋਕ ਵੱਲ ਇੱਕ ਤ੍ਰਿਖੀ ਨਜ਼ਰ ਨਾਲ ਵੇਖਿਆ, ਮੂੰਹ ਵੱਟ ਕੇ ਕਹਿਣ ਲੱਗਾ, ਪਤਾ ਨਹੀਂ ਬਹਿਸ਼ਤ 'ਚ ਉਹ ਜਾਂਦਾ ਹੈ ਕਿ ਤੁਸੀਂ ਸਾਰੇ। ਅੱਲਾ ਲੋਕ ਥਾਣੇਦਾਰ ਦੀ ਧਮਕੀ ਝੱਲ ਗਿਆ। ਕਰਾਰੀ ਆਵਾਜ਼ 'ਚ ਬੋਲਿਆ, ਸਾਡੇ ਜਿਹੇ ਗੁਨਾਹੀ ਕਿੱਥੇ ਮਰਦੇ ਨੇ ਰੋਜ਼ਿਆਂ 'ਚ। ਥਾਣੇਦਾਰ ਸਮਝ ਗਿਆ ਕਿ ਅੱਲਾ ਲੋਕ ਭਾਰ ਨਹੀਂ ਚੱਲਦਾ। ਉਹ ਹੱਸ ਪਿਆ, ਇਸ ਭਰਾਈ ਨੂੰ ਕਿੰਨੇ ਫਾਹ ਦੇ ਕੇ ਬਹਿਸ਼ਤ 'ਚ ਘੱਲ ਦਿੱਤਾ ਹੈ ਬਾਬਾ ਲੋਕਾ। ਬਾਬਾ ਅੱਲਾ ਲੋਕ ਸੱਚਮੁੱਚ ਦਾ ਅੱਲਾ ਲੋਕ ਸੀ। 80 ਵਰ੍ਹਿਆਂ ਦਾ ਬੁੱਢਾ, ਪੂਰਾ ਦਲੇਰ ਤੇ ਖਰਾ। ਮਾਲਕ ਉਹ ਭਾਵੇਂ ਤਿੰਨਾਂ ਕੇਲਿਆਂ ਦਾ ਸੀ, ਪਰ ਸਾਰੇ ਪਿੰਡ ਦਾ ਮੋਹਤਬਰ ਬੰਦਾ ਸੀ। ਥਾਣੇਦਾਰ ਦੀ ਗੱਲ ਸੁਣ ਕੇ ਠੱਠਾ ਮਾਰ ਕੇ ਹੱਸਿਆ, ਕਹਿਣ ਲੱਗਾ, ਬੰਦੇ ਨੂੰ ਫਾਹੇ ਲਾਉਣਾ ਤਾਂ ਅਫਸਰਾਂ, ਸਰਕਾਰਾਂ ਤੇ ਬਾਦਸ਼ਾਹਾਂ ਦਾ ਕੰਮ ਹੈ ਥਾਣੇਦਾਰ ਜੀ। ਅਸੀਂ ਜੱਟ ਵਿਚਾਰੇ ਤਾਂ ਫਾਹੇ ਲੱਗਣ ਲਈ ਜੰਮਦੇ ਹਾਂ। ਤੁਸੀਂ ਲਾਓ ਸਾਨੂੰ ਜਿਹੜੇ ਕਿਸੇ ਨੂੰ ਫਾਹੇ ਲਾਉਣਾ ਹੈ। ਇਹ ਆਪਣੇ ਆਪ ਲੱਗ ਗਿਆ ਫਾਹੇ। ਥਾਣੇਦਾਰ ਕੜਕ ਕੇ ਸਾਰੀ ਖਲਕਤ ਨੂੰ ਸੁਣਾ ਕੇ ਕਹਿਣ ਲੱਗਾ, ਜੇ ਇਸ ਆਪ ਹੀ ਫਾਹ ਲੈਣਾ ਸੀ ਤਾਂ ਇਹਦੇ ਆਪਣੇ ਪਿੰਡ 'ਚ ਕੋਈ ਰੁੱਖ ਨਹੀਂ ਸੀ। ਤੂੰ ਦੱਸ ਲੰਬੜਦਾਰ। ਉਦੋਂ ਤੱਕ ਡੰਗਰ ਚਾਰਨ, ਪੱਠੇ ਲੈਣ ਗਏ ਤੇ ਗਹਾਈ ਕਰਦੇ ਪਿੰਡੋਂ ਬਾਹਰ ਗਏ ਹੋਏ ਸਾਰੇ ਲੋਕ ਥਾਣੇਦਾਰ ਦੇ ਹੁਕਮ ਨਾਲ ਵਾਪਸ ਪਿੰਡ ਆ ਗਏ ਸਨ। ਸਾਰਾ ਪਿੰਡ ਹੀ ਸਕੂਲ ਵਾਲੇ ਪਿੱਪਲ ਹੇਠ ਜਮ੍ਹਾਂ ਸੀ। ਲੰਬੜਦਾਰ ਉੱਠ ਕੇ ਪੱਗ ਸਵਾਰੀ ਕੀਤੀ। ਥਾਣੇਦਾਰ ਸਾਹਮਣੇ ਹੱਥ ਜੋੜ ਕੇ ਅਦਬ ਨਾਲ ਬੋਲਿਆ, ਭੋਲਾ ਭਰਾਈ 15-20 ਵਰ੍ਹਿਆਂ ਤੋਂ ਸਾਡੀਆਂ ਖੂਹੀਆਂ ਉੱਤੇ, ਲੱਜਾਂ ਤੇ ਸਾਡੀਆਂ ਮਸੀਤਾਂ 'ਚ ਸਫਾਂ ਪਾਉਂਦਾ, ਨਾਲੇ ਰੋਜ਼ਿਆਂ 'ਚ ਸਰਗੀ ਵੇਲੇ ਢੋਲ ਵਜਾ ਕੇ ਲੋਕਾਂ ਨੂੰ ਉਠਾਉਂਦਾ। ਇਹ ਤੋਂ ਪਹਿਲਾਂ ਇਹ ਕੰਮ ਇਹਦਾ ਪਿਓ ਕਰਦਾ ਸੀ। ਇਹਦੀ ਨਾ ਕਿਸੇ ਨਾਲ ਦੁਸ਼ਮਣੀ, ਨਾ ਕਿਸੇ ਨਾਲ ਯਾਰੀ। ਭਲਾ ਮਾਨਸ ਤੇ ਨੇਕ ਆਦਮੀ। ਇਸ ਗੱਲ ਦੀ ਸਹੁੰ ਸਾਡੇ 4-5 ਪਿੰਡ ਦੇ ਸਕਦੇ ਨੇ। ਭੋਲਾ ਤਾਂ ਕਿਸੇ ਨੂੰ ਕੰਨੀ ਪਾਇਆ ਵੀ ਨਹੀਂ ਸੀ ਦੁਖਦਾ। ਅੱਜ ਵਾਲੀ ਗੱਲ ਕਿੰਜ ਹੋਈ, ਕਿਉਂ ਹੋਈ, ਕੁਝ ਸਮਝ ਨਹੀਂ ਆਉਂਦੀ। ਮੈਂ ਨਹੀਂ ਮੰਨਦਾ। ਥਾਣੇਦਾਰ ਹੱਥ ਹਿਲਾ ਕੇ ਗੁੱਸੇ ਨਾਲ ਲੰਬੜਦਾਰ ਦੀ ਗੱਲ ਰੱਦ ਕਰਦਾ ਬੋਲਿਆ, ਇਹਨੂੰ ਤੁਹਾਡੇ ਪਿੰਡ 'ਚੋਂ ਕਿਸੇ ਮਾਰਿਆ ਹੈ? ਕਿਹਨੇ? ਤੁਸੀਂ ਦੱਸੋ, ਨਹੀਂ ਤਾਂ ਮੈਂ ਸਾਰਾ ਪਿੰਡ ਬੰਨ੍ਹ ਕੇ ਲੈ ਜਾਵਾਂਗਾ। ਇੰਨੇ ਚਿਰ 'ਚ ਪਿੰਡ ਵੱਲੋਂ ਰੋਟੀ ਦੇ ਥਾਲਾਂ ਤੇ ਰੰਗ ਬਰੰਗੇ ਪੌਣੇ ਆਉਂਦੇ ਨਜ਼ਰ ਹੀ ਆਏ। ਸਕੂਲ ਤੇ ਪਿੰਡ ਦੀ ਆਬਾਦੀ 'ਚ ਇੱਕੋ ਪਹਿਲੀ ਦੀ ਵਿੱਥ ਸੀ। ਸਕੂਲ ਦੇ ਕਮਰੇ 'ਚ ਰੋਟੀ ਖਾ ਕੇ ਅਫਸਰ ਬਾਹਰ ਨਿਕਲੇ। ਤਫਤੀਸ਼ ਫੇਰ ਸ਼ੁਰੂ ਹੋ ਗਈ। ਤੂੰ ਦੱਸ ਬਾਬਾ ਅੱਲਾ ਲੋਕਾ। ਥਾਣੇਦਾਰ ਨੇ ਆਪਣੇ ਮੱਟ ਜਿਹੇ ਢਿੱਡ ਤੋਂ ਵੱਡੀ ਸਰਕਾਰੀ ਕਾਲੀ ਪੇਟੀ ਢਿੱਲੀ ਕਰਦਿਆਂ ਕਿਹਾ, ਤੂੰ ਸਿਆਣਾ ਆਦਮੀ ਏ, ਲਾ ਕੋਈ ਗਵੇੜ। ਸਮਝ ਨਹੀਂ ਆਉਂਦੀ ਮੋਤੀਆਂ ਵਾਲਿਆ। ਬਾਬੇ ਅੱਲਾ ਲੋਕ ਦੱਸਿਆ, ਕਿਸੇ ਭੋਲੇ ਨੇ ਕਾਹਨੂੰ ਮਾਰਨਾ ਸੀ? ਜੇ ਇਸ ਆਪ ਫਾਹਾ ਲੈਣਾ ਸੀ ਤਾਂ ਫਿਰ ਇਹ ਘਰੋਂ ਅੱਧੀ ਰਾਤੀ ਮੋਢੇ ਬਗਲੀ ਤੇ ਗਲ 'ਚ ਢੋਲ ਪਾ ਕੇ ਕਿਉਂ ਨਿਕਲਿਆ? ਫਿਰ ਇਹ ਕੰਮ ਇੱਥੇ ਆ ਕੇ ਕਿਉਂ ਕੀਤਾ? ਰਾਹ ਤੇ ਰੁੱਖ 100 ਸੈਂਕੜੇ, ਆਬਾਦੀ 'ਚ ਕਿਉਂ ਆਉਂਦਾ? ਫਿਰ ਕਾਤਲ ਦਿਓ। ਥਾਣੇਦਾਰ ਜਿਵੇਂ ਬਾਬਾ ਅੱਲੇ ਲੋਕ ਰਾਹੀਂ ਸਾਰੇ ਪਿੰਡ ਨੂੰ ਘੇਰ ਗਿਆ। ਅੱਗੋਂ ਭੋਲੇ ਦੀ ਮੰਜੀ ਕੋਲ ਬੈਠੀ ਹੌਲੀ ਹੌਲੀ ਰੋਂਦੀ ਉਹਦੀ ਘਰਵਾਲੀ ਨੂੰ ਪੁੱਛਣ ਲੱਗਾ, ਤੂੰ ਦੱਸ ਮਾਈ, ਕਿਸੇ ਨਾਲ ਇਹਦਾ ਵੈਰ, ਕੋਈ ਦੁਸ਼ਮਣੀ, ਕੋਈ ਚੋਰੀ ਯਾਰੀ? ਕਿਸੇ ਨਾਲ ਸਾਡਾ ਕੁਛ ਨਹੀਂ ਸਰਕਾਰ, ਨਾ ਦੁਸ਼ਮਣੀ ਨਾ ਵੈਰ। ਭੋਲੇ ਦੀ ਘਰਵਾਲੀ ਰੋਂਦਿਆਂ ਕਹਿਣ ਲੱਗੀ, ਇਹ ਲੋਕ ਸਾਡੇ ਮਾਈ ਬਾਪ ਨੇ। ਅਸੀਂ ਤਾਂ ਕਈਆਂ ਪੁਸ਼ਤਾਂ ਤੋਂ ਇਹਨਾਂ ਦੀ ਮਿਹਨਤ ਮਜ਼ਦੂਰੀ ਕਰਕੇ ਇਹਨਾਂ ਦਾ ਹੀ ਖਾਂਦੇ ਟੁਰੇ ਆਉਂਦੇ ਹਾਂ। ਸਾਡਾ ਕਿਸੇ ਤੇ ਸ਼ੱਕ ਨਹੀਂ, ਜਾਨ ਅੱਲਾ ਨੂੰ ਦੇਣੀ ਹੈ। ਉਹ ਚੁੱਪ ਕਰ ਗਈ। ਥਾਣੇਦਾਰ ਉੱਠ ਕੇ ਖਲੋ ਗਿਆ। ਉਸ ਆਪਣੀ ਪਤਲੂਨ ਖਿੱਚ ਕੇ ਤਾਂ ਚਾੜੀ, ਪੇਟੀ ਕੱਸੀ, ਪਿਸਤੌਲ ਗਲ ਪਾਇਆ, ਰੂਲ ਕੱਚੇ ਮਾਰਿਆ, ਟੋਪੀ ਨੂੰ ਉਂਗਲੀ ਤੇ ਘੁਮਾਉਂਦਿਆਂ ਉਸ ਚੌਕੀਦਾਰ ਨੂੰ ਘੋੜਾ ਕੱਸ ਕੇ ਲਿਆਉਣ ਦਾ ਆਖਿਆ। ਪਿੰਡ ਵਾਲਿਆਂ ਨੂੰ ਸੁਣਾ ਕੇ ਉੱਚੀ ਸਾਰੀ ਕਹਿਣ ਲੱਗਾ, ਕੋਈ ਨਹੀਂ ਮੰਨਦਾ ਬਈ, ਭੋਲੇ ਭਰਾਈ ਦਾ ਕਤਲ ਸਿੱਧੀ ਤਰ੍ਹਾਂ। ਲੋਕ ਚੁੱਪਚਾਪ ਸਹਿਮੇ ਡਰੇ ਬੈਠੇ ਸਨ। ਚੌਕੀਦਾਰ ਘੋੜਾ ਕੱਸ ਕੇ ਲੈ ਆਇਆ। ਉਹਦੀ ਵਾਗ ਫੜ ਕੇ ਥਾਣੇਦਾਰ ਨੇ ਚੌਕੀਦਾਰ ਤੇ 3 ਤੇਲੀ ਮੁੰਡਿਆਂ ਨੂੰ ਭੋਲੇ ਭਰਾਈ ਦੀ ਮੰਜੀ ਚੁੱਕਣ ਦਾ ਇਸ਼ਾਰਾ ਕੀਤਾ। ਉੱਠ ਕੇ ਤਿਆਰ ਖਲੋਤੇ ਸਿਪਾਹੀਆਂ ਨੂੰ ਹੁਕਮ ਜਾਰੀ ਕੀਤਾ, ਸਾਰੇ ਪਿੰਡ ਨੂੰ ਬੰਨ੍ਹ ਲਓ। ਸਾਰੇ ਮੁੰਡੇ, ਜਵਾਨ, ਗੱਭਰੂ, ਅੱਧ-ਖੜ ਤੇ ਬੁੱਢੇ, ਇਹਨਾਂ ਦੀਆਂ ਪੱਗਾਂ ਨਾਲ ਇਹਨਾਂ ਦੇ ਹੱਥ ਪਿੱਛੇ ਬੰਨ੍ਹ ਲਓ। ਕਰ ਲਓ ਲਾਮ ਡੋਰੀ, ਲੈ ਚੱਲੋ ਥਾਣੇ। ਫਿਰ ਲੰਬੜਦਾਰ ਵੱਲ ਮੂੰਹ ਕਰਕੇ ਕਹਿਣ ਲੱਗਾ, ਚੱਲ ਵੀ ਲੰਬੜਾ, ਲੱਗ ਤੂੰ ਵੀ ਅੱਗੇ। ਤੂੰ ਸਾਡਾ ਯਾਰ ਹੈ, ਇਸ ਲਈ ਤੈਨੂੰ ਇਹ ਰਿਆਇਤ ਹੈ ਵੀ ਤੇਰੇ ਹੱਥ ਨਹੀਂ ਬੰਨ੍ਹਦੇ। ਕੋਈ ਇੱਕ ਬੰਦਾ ਨਾ ਡਰ ਕੇ ਦੌੜਿਆ, ਨਾ ਘਾਬਰ ਕੇ ਪਿਛਾਂਹ ਹੋਇਆ, ਸਗੋਂ ਸਾਰੇ ਵਾਰੋ ਵਾਰੀ ਹੱਥ ਪਿੱਛੇ ਕਰਦੇ ਗਏ। ਸਿਪਾਹੀ ਉਹਨਾਂ ਦੀਆਂ ਪੱਗਾਂ ਨਾਲ ਉਹਨਾਂ ਦੇ ਹੱਥ ਬੰਨ੍ਹਦੇ ਗਏ। ਬਾਬੇ ਅੱਲਾ ਲੋਕ ਤੇ ਇੱਕ ਹੋਰ ਬੁੱਢੇ ਦੇ ਹੱਥ ਸਿਪਾਹੀ ਬੰਨ੍ਹਣ ਲੱਗੇ। ਥਾਣੇਦਾਰ ਨੇ ਹੁਕਮ ਜਾਰੀ ਕੀਤਾ, ਇਹ ਬੁੱਢੇ ਛੱਡ ਦਿਓ, ਇਹ ਵਿਚਾਰੇ ਟੁਰਨ ਫਿਰਨੋਂ ਵੀ ਆਰੀ ਨੇ, ਇਹਨਾਂ ਨੂੰ ਕਿੱਥੇ ਮੋਢਿਆਂ ਤੇ ਚੁੱਕੀ ਫਿਰੋਗੇ। ਬਾਬਾ ਅੱਲਾ ਲੋਕ ਡੰਗੋਰੀ ਦੇ ਆਸਰੇ ਮੰਜੀ ਤੋਂ ਉੱਠਿਆ ਤੇ ਕਹਿਣ ਲੱਗਾ, ਸ਼ੇਖ ਜੀ ਤੇਰੀ ਬੜੀ ਮਿਹਰਬਾਨੀ, ਪਰ ਜਦੋਂ ਸਾਰੇ
ਮੇਰੇ ਸਾਰੇ ਬੱਚੜੇ ਤੂੰ ਬੰਨ ਕੇ ਲੈ ਚੱਲਿਆ ਤੇ ਮੈਂ ਪਿਛਾਂ ਰਹਿ ਕੇ ਕੀ ਕਰਾਂਗਾ। ਉਹ ਸਾਰਿਆਂ ਤੋਂ ਅੱਗੇ ਲਾ ਕੇ ਟੁਰ ਪਿਆ। ਖਲੋ ਜਾ ਬਾਬਾ, ਲੰਬੜਦਾਰ ਨੇ ਅੱਲਾ ਲੋਕ ਨੂੰ ਆਵਾਜ਼ ਮਾਰੀ। ਅੱਲਾ ਲੋਕ ਖਲੋ ਗਿਆ। ਲੰਬੜਦਾਰ ਥਾਣੇਦਾਰ ਨੂੰ ਲੈ ਕੇ ਇੱਕ ਪਾਸੇ ਟੁਰ ਪਿਆ। ਥਾਣੇਦਾਰ ਹੱਥੋਂ ਘੋੜੇ ਦੀ ਵਾਗ ਫੜ ਕੇ ਚੌਕੀਦਾਰ ਨੂੰ ਫੜਾ ਕੇ ਦੂਰ ਜਾਣ ਦਾ ਇਸ਼ਾਰਾ ਕਰਦਿਆਂ ਹੋਇਆਂ ਥਾਣੇਦਾਰ ਨੂੰ ਕਹਿਣ ਲੱਗਾ, ਸਰਕਾਰ, ਇਹ ਬੰਦੇ ਬੇਗੁਨਾਹ ਨੇ। ਸਾਰੇ ਪਿੰਡ ਨੂੰ ਨਵਾ ਧਵਾ ਕੇ ਬੇਸ਼ੱਕ ਮਸੀਤੇ ਚਾੜ ਲਓ। ਥਾਣੇਦਾਰ ਨੂੰ ਦਿਹਾੜੀ ਗੁੱਲ ਹੋ ਜਾਣ ਦਾ ਦੁੱਖ ਸੀ। ਲੰਬੜਦਾਰ ਨੂੰ ਝਿੜਕੇ ਬੋਲਿਆ, ਕਤਲਾਂ ਦੇ ਫੈਸਲੇ ਮਸੀਤਾਂ 'ਚ ਨਹੀਂ ਹੁੰਦੇ। ਹਾਂ, ਕੋਈ ਕੰਮ ਦੀ ਗੱਲ ਕਰੇ ਤਾਂ ਵਿੱਚੋਂ ਕੋਈ ਰਾਹ ਵੀ ਨਿਕਲੇ। ਜੋ ਹੁਕਮ ਕਰੋ ਸਰਕਾਰ, ਲੰਬੜਦਾਰ ਨੇ ਹੱਥ ਜੋੜ ਕੇ ਕਿਹਾ। ਮਾਈ ਬਾਪ, ਜੋ ਹੁਕਮ ਹੋਵੇ। 1000 ਰੁਪਇਆ ਘਰ ਪ੍ਰਤੀ। ਕਤਲ? ਲੰਬੜਦਾਰ ਨੇ ਪੁੱਛਿਆ। ਭੋਲੇ ਦੇ ਸਾਲੇ ਤੇ ਪਾ ਦਿਆਂਗੇ, ਥਾਣੇਦਾਰ ਨੇ ਸੋਚ ਕੇ ਜਵਾਬ ਦਿੱਤਾ। 50 ਘਰ, 1000 ਰੁਪਇਆ ਘਰ ਪ੍ਰਤੀ। ਲੰਬੜਦਾਰ ਨੇ ਮਿੰਟ ਸਕਿੰਟ 'ਚ ਹਿਸਾਬ ਜੋੜਿਆ। ਮਿੰਨਤ ਨਾਲ ਕਹਿਣ ਲੱਗਾ, 1000 ਰੁਪਇਆ ਘਰ ਪ੍ਰਤੀ ਤਾਂ ਅਸੀਂ ਦੇਣ ਜੋਗੇ ਨਹੀਂ। 100 ਰੁਪਇਆ ਘਰ ਪ੍ਰਤੀ ਲੈ ਲਓ। ਇਹ ਬੰਦਾ ਮਰਿਆ, ਕੁੱਤਾ ਨਹੀਂ। ਕੀ ਮੁੱਲ ਪਾਇਆ ਕਤਲ ਦਾ? ਥਾਣੇਦਾਰ ਨੇ ਲੰਬੜਦਾਰ ਨੂੰ ਡਾਂਟਿਆ। ਲੰਬੜਦਾਰ ਵਿਲਕਿਆ, ਸਰਕਾਰ, ਹਾੜੀ ਕੋਈ ਨਹੀਂ ਜੇ ਇਸ ਵਾਰੀ ਭੁੱਖ ਜੇ ਪਿੰਡ 'ਚ। ਇਸ ਵਾਰ ਤਾਂ ਕਣਕਾਂ ਮੀਂਹ ਨੇ ਮਾਰ ਛੱਡੀਆਂ ਨੇ। ਸਿੱਟੇ ਝੜ ਗਏ ਸਰਕਾਰ, ਅੱਧੇ ਮੀਂਹ ਨਾਲ ਅੱਧੀ ਗਿੱਲੀਆਂ ਕਣਕਾਂ ਸੁਕਾਉਂਦਿਆਂ ਫੋਲਦਿਆਂ ਗਾਹੀਆਂ ਵੀ ਹੁਣ ਹਾੜ 'ਚ ਹੋਣ ਡਈਆਂ ਨੇ। ਤੇ ਜੱਟਾਂ ਨੂੰ ਤਾਂ ਇਸ ਵਾਰੀ ਤੂੜੀ ਬਚਣੀ ਜੇ ਨਿਰੀ, ਉਹ ਵੀ ਕਾਲੇ ਸੁਆਹ ਨਾੜ ਦੀ। 100 ਰੁਪਇਆ ਘਰ ਪ੍ਰਤੀ ਵੀ ਦਿੱਤਾ ਜਾਏ ਤਾਂ ਬੜੀ ਗੱਲ ਏ। ਉੱਥੇ ਖਲੋਤਿਆਂ ਹੀ ਥਾਣੇਦਾਰ ਨੇ ਸਿਪਾਹੀਆਂ ਨੂੰ ਆਵਾਜ਼ ਮਾਰ ਕੇ ਹੁਕਮ ਦਿੱਤਾ, ਟੋਰੇ ਇਹਨਾਂ ਨੂੰ ਥਾਣੇ ਵੱਲ। ਸਿਪਾਹੀ ਬੰਦਿਆਂ ਦੇ ਹੱਥ ਬੰਨ੍ਹ ਕੇ ਹੁਕਮ ਦੀ ਉਡੀਕ 'ਚ ਖਲੋਤੇ ਸਨ। ਫੌਰਨ ਬੋਲੇ, ਚਲੋ ਬਈ ਸੜਕ ਨੂੰ। ਟਾਂਗੇ ਵਾਲਾ ਛੇਤੀ ਛੇਤੀ ਟਾਂਗਾ ਜੋੜਨ ਲੱਗ ਪਿਆ। ਚੌਕੀਦਾਰ ਘੋੜਾ ਥਾਣੇਦਾਰ ਨੂੰ ਫੜਾ ਕੇ ਭੋਲੇ ਭਰਾਈ ਦੀ ਮੰਜੀ ਵੱਲ ਦੌੜਿਆ। 4 ਬੰਦਿਆਂ ਭੋਲੇ ਦੀ ਮੰਜੀ ਚੁੱਕ ਲਈ। ਉਹ ਸੜਕ ਨੂੰ ਟੁਰ ਪਏ। ਉਹਨਾਂ ਦੇ ਨਾਲ ਨਾਲ ਬਾਬਾ ਅੱਲਾ ਲੋਕ ਵੀ ਠੱਲ ਪਿਆ। ਥਾਣੇਦਾਰ ਘੋੜੇ ਤੇ ਚੜਿਆ। ਲੰਬੜਦਾਰ ਨੂੰ ਕਹਿਣ ਲੱਗਾ, ਚੱਲ ਭਾਈ ਮੀਆਂ। ਪਿੰਡ ਦੀਆਂ ਸਾਰੀਆਂ ਜਨਾਨੀਆਂ ਜਿਹੜੀਆਂ ਆਬਾਦੀ ਦੇ ਅਖੀਰ ਤੇ ਉੱਗੇ ਉੱਚੇ ਉੱਚੇ ਅੱਕਾਂ ਪਿੱਛੇ ਲੁੱਕ ਕੇ ਪਿੱਪਲ ਹੇਠ ਵਾਲੀ ਸਾਰੀ ਗੱਲਬਾਤ ਸੁਪਈਆਂ ਸੁਣਦੀਆਂ ਸਨ, ਪੱਥਰ ਦੇ ਬੁੱਤਾਂ ਵਾਂਗ ਖਲੋਤੀਆਂ ਰਹਿ ਗਈਆਂ। ਪਰ ਫਿਰ ਐਨ ਉਸ ਵੇਲੇ ਜਿਸ ਵੇਲੇ ਬੱਧੇ ਬੰਦੇ ਤੇ ਪੁਲਿਸ ਪਿੱਪਲ ਥੱਲਿਓਂ ਸੜਕ ਨੂੰ ਟੁਰੇ, ਇੱਕ ਮੈਲੀ ਚਾਦਰ ਵਾਲੀ ਸੁਆਣੀ ਪਿੰਡ ਦੀਆਂ ਜਨਾਨੀਆਂ 'ਚੋਂ ਤੀਰ ਵਾਂਗ ਨਿਕਲੀ, ਸੜਕ ਨੂੰ ਦੌੜੀ। ਉਹ ਬੱਧਿਆਂ ਬੰਦਿਆਂ ਦੀਆਂ ਪਾਲਾਂ ਅੱਗੇ ਦੋਵੇਂ ਬਾਹਾਂ ਖਿਲਾਰ ਕੇ ਖਲੋ ਗਈ, ਜਿਵੇਂ ਉਹਨਾਂ ਦਾ ਰਾਹ ਡੱਕ ਕੇ ਖਲੋ ਗਈ ਹੋਵੇ। ਸਿਪਾਹੀ ਜਿਹੜੇ ਬੰਦਿਆਂ ਦੀਆਂ ਪੱਗਾਂ ਦੀਆਂ ਲਾਮ ਡੋਰੀ ਵਾਲੇ ਸਿਰ ਫੜੀ ਪਿੱਛੇ ਪਿੱਛੇ ਆਉਂਦੇ ਸਨ, ਦੌੜ ਕੇ ਗਾਂਹ ਨੂੰ ਵਧੇ। ਉਹਨਾਂ ਤੋਂ ਪਹਿਲਾਂ ਥਾਣੇਦਾਰ ਵੀ ਘੋੜੇ ਨੂੰ ਅੱਡੀ ਲਾ ਕੇ ਗਾਂਹ ਵਧਿਆ ਤੇ ਸੁਆਣੀ ਦੇ ਕੋਲ ਆ ਖਲੋਤਾ। ਤੇ ਲੰਬੜਦਾਰ ਦੌੜ ਕੇ ਤੇ ਬਾਬਾ ਅੱਲਾ ਲੋਕ ਤੇਜ਼ ਤੇਜ਼ ਟੁਰ ਕੇ ਵੀ ਉੱਥੇ ਅੱਪੜ ਗਏ। ਸੁਆਣੀ ਪਾੜੇ ਵਾਲੀ ਕੁਕੜੀ ਵਾਂਗ ਅਜੇ ਵੀ ਹੱਥਾਂ ਦੇ ਖੰਭ ਖਿਲਾਰ ਕੇ ਉਹਨਾਂ ਦਾ ਰਾਹ ਡੱਕੀ ਖਲੋਤੀ ਸੀ। ਉਹਦੀ ਚਾਦਰ ਕਦੋਂ ਦੀ ਉਹਦੇ ਸਿਰ ਤੋਂ ਲੈ ਕੇ ਉਹਦੇ ਗਲ 'ਚ ਪਈ ਸੀ। ਬਾਬੇ ਅੱਲਾ ਲੋਕ ਨੇ ਕੋਲ ਖਲੋਤੇ ਲੰਬੜਦਾਰ ਵੱਲ ਮੂੰਹ ਕਰਕੇ ਹੈਰਾਨੀ ਨਾਲ ਹੌਲੀ ਜਿਹੀ ਪੁੱਛਿਆ, ਗਾਮੇ ਦੇ ਘਰੋਂ? ਹੈਰਾਨ ਹੋਏ ਲੰਬੜਦਾਰ ਨੇ ਜਿਵੇਂ ਸੁਪਨਾ ਵੇਖਦਿਆਂ ਆਖਿਆ, ਆਹੋ, ਗਾਮੇ ਦੇ ਘਰ ਵਾਲੀ ਸਿੱਧੀ। ਹੈਰਾਨੀ ਨਾਲ ਚੁੱਪਚਾਪ ਖਲੋਤਿਆਂ ਬੰਦਿਆਂ ਵਿੱਚੋਂ ਪਹਿਲੋਂ ਥਾਣੇਦਾਰ ਹੋਸ਼ 'ਚ ਆਇਆ। ਰੱਜ ਕੇ ਸੋਹਣੀ ਅੱਧਖੜ ਉਮਰ ਦੀ ਪਰੀਆਂ ਵਰਗੀ ਸੁਆਣੀ ਵੱਲ ਵੇਖ ਕੇ ਹੌਲੀ ਜੀ ਕਹਿਣ ਲੱਗਾ, ਤੂੰ ਕੌਣ ਏ ਤੇ ਕੀ ਚਾਹਨੀ ਹੈ? ਮੈਂ ਕੌਣ ਆ? ਸੁਆਣੀ ਜਿਵੇਂ ਇੱਕੋ ਵਾਰ ਜਾਗ ਪਈ ਹੋਵੇ, ਆਪਣੀ ਚਾਦਰ ਸਿਰ ਤੇ ਲੈ ਕੇ ਬਾਬੇ ਅੱਲਾ ਲੋਕ ਤੇ ਲੰਬੜਦਾਰ ਵੱਲੋਂ ਘੁੱਟ ਕੱਢ ਕੇ ਬੋਲੀ, ਬਾਬਾ ਅੱਲਾ ਲੋਕ ਇਸ ਪਿੰਡ ਦਾ ਮਾਲਕ ਵੀ ਏ, ਸਾਈਂ ਵੀ। ਮੈਂ ਬਾਬੇ ਅੱਲਾ ਲੋਕ ਦੀ ਨੂੰਹ ਧੀ ਆ। ਫਿਰ ਉਸ ਅਗਾਂਹ ਵੱਧ ਕੇ ਬੱਧੇ ਗਾਮੇ ਦੇ ਕੋਲ ਜਾ ਕੇ ਖਲੋ ਗਈ। ਕਹਿਣ ਲੱਗੀ, ਇਸ ਜੱਟ ਦੀ ਮੈਂ ਘਰ ਵਾਲੀ ਆ। ਇਹ ਸਾਰੇ ਬੰਦੇ ਜਿਨ੍ਹਾਂ ਨੂੰ ਤੂੰ ਨਿਹੱਕ ਬੰਨੀ ਲਈ ਜਾਣਾ, ਮੇਰੇ ਦਿਓਰ ਨੇ, ਜੇਠ ਨੇ, ਵੀਰ ਨੇ। ਥਾਣੇਦਾਰ ਉੱਚੀ ਸਾਰੀ ਹੱਸਿਆ। ਬਾਬੇ ਅੱਲਾ ਲੋਕ ਵੱਲ ਵੇਖ ਕੇ ਬੋਲਿਆ, ਬਾਬਾ ਤੇਰੀ ਨੂੰਹ ਸ਼ੁਦੈਣ ਏ। ਬਾਬੇ ਅੱਲਾ ਲੋਕ ਤੋਂ ਪਹਿਲਾਂ ਹੀ ਸਿੱਧੀ ਬੋਲ ਪਈ, ਸ਼ੁਦੈਣ ਮੈਂ ਨਹੀਂ, ਸ਼ੁਦਾਈ ਤੂੰ ਏ, ਜਿਹਦੇ ਕੋਲੋਂ ਇਹ ਨਿੱਕੀ ਜਿਹੀ ਘੁੰਡੀ ਵੀ ਨਹੀਂ ਖੁੱਲੀ। ਸ਼ੇਖ ਥਾਣੇਦਾਰ ਨੇ ਸਿੱਧੀ ਦੀ ਗੱਲ ਦਾ ਬੁਰਾ ਨਾ ਮੰਨਿਆ। ਹੱਸ ਕੇ ਕਹਿਣ ਲੱਗਾ, ਲੋਕ ਆਖਦੇ ਨੇ ਜੱਟੀਆਂ ਪੱਥਰ ਤੇ ਲੋਹੇ ਦੀਆਂ ਬਣੀਆਂ ਹੁੰਦੀਆਂ ਨੇ, ਪਰ ਘਰ ਵਾਲੇ ਨੂੰ ਥਾਣੇ ਵੱਲ ਟੁਰਿਆ ਵੇਖ ਕੇ ਮਿੱਟੀ ਹੋ ਜਾਂਦੀਆਂ ਨੇ। ਜਾ ਬੀਬੀ, ਘਰ ਅੰਨ ਪਾਣੀ ਦੀ ਫਿਕਰ ਕਰ। ਗਾਮੇ ਤੇ ਤੇਰੇ ਬਾਕੀ ਦਿਓਰਾਂ, ਜੇਠਾਂ ਤੇ ਵੀਰਾਂ ਦੇ ਰੋਜ਼ੇ ਅਸੀਂ ਅੱਜ ਥਾਣੇ 'ਚ ਖੁਲਾ ਦਿਆਂਗੇ। ਸਿੱਧੀ ਨੇ ਵੀ ਥਾਣੇਦਾਰ ਦੀ ਗੱਲ ਦਾ ਬੁਰਾ ਨਾ ਮੰਨਿਆ। ਨਿੰਮਾ ਜਿਹਾ ਹੱਸ ਕੇ ਚਹਿਕੀ, ਸਾਨੂੰ ਵੱਡਿਆਂ ਦੇ ਸਾਹਮਣੇ ਉੱਚੀ ਬੋਲਣ ਦਾ ਹੁਕਮ ਨਹੀਂ ਵੀਰਾ। ਚੱਲ, ਮੈਂ ਤੇ ਸ਼ੁਦੈਣ ਹੋਈ, ਲੋਹੇ ਤੋਂ ਮਿੱਟੀ ਹੋ ਗਈ, ਪਰ ਤੈਨੂੰ ਥਾਣੇਦਾਰ ਕਿਹਨੇ ਬਣਾਤਾ? ਇਹ ਵੀ ਨਹੀਂ ਪੁੱਛਿਆ ਵੀ ਜਿਹੜੇ ਰੱਸੇ ਨਾਲ ਭੋਲੇ ਫਾਹ ਲਿਆਏ ਉਹ ਰੱਸਾ ਕਿੱਥੋਂ ਆਇਆ? ਭੋਲੇ ਦੇ ਬੋਝੇ 'ਚ ਕੀ? ਬੜੀ ਬਹਾਦਰੀ ਕਰਕੇ ਲਈ ਜਾਣਾ ਸਾਰਾ ਪਿੰਡ ਬੰਨ੍ਹ ਕੇ। ਥਾਣੇਦਾਰ ਘੋੜੇ ਤੋਂ ਉਤਰ ਆਇਆ, ਬੰਦਿਆਂ ਨੂੰ ਪਿਛਾਂਹ ਮੁੜਨ ਦਾ ਇਸ਼ਾਰਾ ਕਰਕੇ ਪਿੱਪਲ ਹੇਠ ਆ ਬੈਠਾ। ਰੱਸਾ ਮੇਰੇ ਕੋਲ ਲਿਆਓ, ਭੋਲੇ ਦਾ ਬੋਝਾ ਫੋਲੋ। ਥਾਣੇਦਾਰ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ। ਸਿੱਧੀ ਵੱਲ ਵੇਖ ਕੇ ਕਹਿਣ ਲੱਗਾ,
ਰੱਸਾ ਕਿਹਦਾ ਹੈ? ਭੋਲੇ ਦੇ ਬੋਝੇ 'ਚ ਕੀ ਏ? ਭੋਲੇ ਨੂੰ ਫਾਹ ਕਿਸ ਦਿੱਤਾ ਹੈ? ਰੱਸਾ ਸਾਡਾ ਹੈ। ਸਿੱਧੀ ਘੁੰਡ ਕੱਢੀ ਖਲੋਤੀ ਦੱਸਣ ਲੱਗੀ। ਭੋਲੇ ਭਰਾਈ ਦੇ ਬੋਝੇ 'ਚ ਨੇ ਮੇਰੇ 10 ਤੋਲਿਆਂ ਦੇ ਗੋਖੜੂ, ਪਾਸੇ ਦੇ ਸੋਨੇ ਦੇ, ਤੇ ਫਾਹ ਭੋਲੇ ਨੂੰ ਕਿਸੇ ਨਹੀਂ ਦਿੱਤਾ, ਉਹ ਆਪ ਲਿਆਏ। ਪਰ ਪਹਿਲਾਂ ਤੂੰ ਸਾਰਿਆਂ ਬੰਦਿਆਂ ਦੀਆਂ ਕੱਸੀਆਂ ਮੁਸ਼ਕਾਂ ਖੋਲ, ਮੈਂ ਤੈਨੂੰ ਸਾਰੀ ਗੱਲ ਦੱਸਣੀ ਆ, ਸਾਰੇ ਪਿੰਡ ਸਾਹਮਣੇ। ਬੰਦਿਆਂ ਨੂੰ ਖੋਲ ਦਿਓ, ਹੈਰਾਨ ਪਰੇਸ਼ਾਨ ਥਾਣੇਦਾਰ ਨੇ ਸੁੱਤੀ ਜੀ ਆਵਾਜ਼ 'ਚ ਸਿਪਾਹੀਆਂ ਨੂੰ ਕਿਹਾ। ਬੰਦਿਆਂ ਦੀਆਂ ਮੁਸ਼ਕਾਂ ਖੁੱਲ੍ਹ ਗਈਆਂ। ਉਹ ਸਾਰੇ ਫੇਰ ਪਿੱਪਲ ਹੇਠ ਡੱਠੀਆਂ ਮੰਜੀਆਂ ਤੇ ਆ ਬੈਠੇ। ਗਾਮੇ ਦੇ ਚਿਹਰੇ ਦਾ ਰੰਗ ਉੱਡ ਗਿਆ, ਪਤਾ ਨਹੀਂ ਅੱਗੋਂ ਕੀ ਨਿਕਲੇ। ਸਾਰੇ ਪਿੰਡ ਸਾਹਮਣੇ ਉਹਦੇ ਹੱਥ ਪਿਛਾਂ ਬੰਨੇ ਉਹਨੂੰ ਭੋਰਾ ਘਾਟ ਨਾ ਆਈ, ਪਰ ਹੁਣ ਨਮੋਸ਼ੀ 'ਚ ਉਹਨੂੰ ਭੋਏ ਵੇਲ ਨਹੀਂ ਸੀ ਦਿੰਦੀ। ਉਹਦੇ ਦਿਲ 'ਚ 100 ਤਰ੍ਹਾਂ ਦੇ ਵਿਸਵਸੇ ਆਉਂਦੇ ਪਏ ਸਨ। ਉਹਦੀ ਹਾਲਤ ਵੇਖ ਕੇ ਬਾਬੇ ਅੱਲਾ ਲੋਕ ਨੇ ਉਹਨੂੰ ਸੈਨਤ ਮਾਰੀ ਤੇ ਸੱਦ ਕੇ ਆਪਣੇ ਕੋਲ ਮੰਜੀ ਤੇ ਬਿਠਾ ਕੇ ਪੁੱਛਿਆ, ਸਾਰਾ ਕੁਝ ਕੀ ਏ? ਅੱਲਾ ਦੀਆਂ ਅੱਲਾ ਹੀ ਜਾਣੇ ਬਾਬਾ, ਗਾਮੇ ਨੂੰ ਆਪ ਕੁਝ ਪਤਾ ਨਹੀਂ ਸੀ। ਅੱਲਾ ਭਲੀ ਕਰੇਗਾ, ਹੌਸਲਾ ਰੱਖ। ਕੱਲੇ ਗਾਮੇ ਨੂੰ ਬਾਬੇ ਦੇ ਤਸੱਲੀ ਦੇਣ ਨਾਲ ਬੜਾ ਹੌਸਲਾ ਹੋਇਆ। ਇੱਕ ਸਿਪਾਹੀ ਨੇ ਰੱਸਾ ਤੇ ਦੂਜੇ ਮੈਲੀ ਜੀ ਮਲਮਲ ਦੀ ਟਾਕੀ 'ਚ ਬੱਧੇ ਹੋਏ ਗੋਖੜੂ ਥਾਣੇਦਾਰ ਦੀ ਮੇਜ਼ ਤੇ ਲਿਆ ਕੇ ਰੱਖ ਦਿੱਤੇ। ਪੋਟਲੀ ਖੋਲ੍ਹਦਿਆਂ ਸੋਨੇ ਦੇ ਭਾਰੇ ਗੋਖੜੂ ਵੇਖ ਕੇ ਥਾਣੇਦਾਰ ਦੀਆਂ ਅੱਖਾਂ 'ਚ ਹਿਰਸ ਦੀ ਚਮਕ ਆਈ। ਘੜੀ ਕੁ ਪਹਿਲਾਂ ਤੀਕ ਉਹਨੂੰ ਆਪਣੀ ਦਿਹਾੜੀ ਮਾਰੇ ਜਾਣ ਦਾ ਜਿਹੜਾ ਦੁੱਖ ਸੀ, ਗੋਖੜੂ ਹੱਥ 'ਚ ਆਉਂਦਿਆਂ ਬਹੁਤ ਘਟ ਗਿਆ। ਅੱਲਾ ਤਾਂ ਪੱਥਰ ਵਿੱਚ ਵੀ ਕੀੜੇ ਨੂੰ ਰੋਜ਼ੀ ਦਿੰਦਾ ਹੈ। ਥਾਣੇਦਾਰ ਸ਼ੇਖ ਦਾ ਰਿਜ਼ਕ ਲੱਗਾ ਹੀ ਇਸ ਪਿੰਡ 'ਚ ਸੀ। ਉਹ ਪੁਰਾਣਾ ਇਸ ਇਲਾਕੇ ਦਾ ਥਾਣੇਦਾਰ ਸੀ। ਉਹਦੀ ਰੋਟੀ ਦਾ ਇੱਕ ਹਿੱਸਾ ਇਸ ਪਿੰਡ ਵਿੱਚੋਂ ਹੀ ਚੱਲ ਰਿਹਾ ਸੀ। ਬੇਈਮਾਨ ਵੀ ਉਹ ਰੱਜ ਕੇ ਸੀ, ਵੱਡੀ ਵੀ ਉਹ ਮੰਗ ਕੇ ਲੈ ਲੈਂਦਾ। ਇਸ ਪਿੰਡ ਦੇ ਹਰ ਬੰਦੇ ਕੋਲੋਂ ਕੁਝ ਨਾ ਕੁਝ ਝਾੜਦਾ ਰਹਿੰਦਾ, ਇਸ ਲਈ ਉਹ ਸਿੱਧੀ ਦੀਆਂ ਕੌੜੀਆਂ ਗੱਲਾਂ ਦਾ ਵੀ ਬੁਰਾ ਨਾ ਮੰਨਿਆ। ਹੁਣ ਉਹ ਦਿਲ ਹੀ ਦਿਲ 'ਚ ਹਿਸਾਬ ਲਾ ਰਿਹਾ ਸੀ ਕਿ ਜੇ ਸਿੱਧੀ ਦੇ ਆਖਣ ਮੁਜਬ ਭੋਲਾ ਫਾਹਾ ਲੈ ਕੇ ਮਰਿਆ ਤਾਂ ਉਹਨੂੰ ਇਸ ਪਿੰਡ 'ਚੋਂ ਕੀ ਗਰਾਹੀ ਹੋਏਗੀ। ਸਾਰੇ ਪਿੰਡ ਦੀ ਥਾਂ ਹੁਣ 2 ਮੁਲਜ਼ਮ ਰਹਿ ਗਏ, ਸਿੱਧੀ ਤੇ ਗਾਮਾ, ਪਰ ਅਜੇ ਵੀ ਕੀ ਪਤਾ ਹੋਰ ਕੌਣ ਲਿਬੜੇਗਾ। ਗੱਲ ਕਰਤੀ ਏ ਭੈਣੇ, ਥਾਣੇਦਾਰ ਨੇ ਪਿੰਡ ਦੇ ਸਾਹਮਣੇ ਪਿੰਡ ਦੀ ਨੂੰਹ ਨੂੰ ਮਿੱਠੇ ਹੋ ਕੇ ਪੁੱਛਣ ਦੀ ਸਿਆਣਪ ਕੀਤੀ। ਹੁਣ ਅਗਲੀ ਘੁੰਡੀ ਵੀ ਖੋਲ। ਪਿੰਡ ਦੇ ਸਾਰੇ ਲੋਕ ਪੂਰੀਆਂ ਅੱਖਾਂ ਖੋਲ ਕੇ ਬੜੇ ਧਿਆਨ ਨਾਲ ਸਿੱਧੀ ਦੀ ਗੱਲ ਸੁਣ ਰਹੇ ਸਨ, ਜਿਹੜੀ ਹੌਲੀ ਹੌਲੀ ਬੋਲ ਕੇ ਕਹਿ ਰਹੀ ਸੀ, 100 ਹੱਥ ਰੱਸਾ ਤੇ ਸਿਰੇ ਤੇ ਗੰਢ। ਗੱਲ ਬਸ ਇੰਨੀ ਏ ਭਈ ਮੈਨੂੰ ਤਿਲਕਣੀ ਗੰਢ ਨਹੀਂ ਦੇਣੀ ਆਉਂਦੀ। ਬਸ ਸਾਰਾ ਫਸਾਦ ਇਸੀ ਗੱਲ ਨੇ ਪਾਇਆ। ਮੈਂ ਮਰਨਾ ਸੀ, ਉਹ ਵੀ ਫਾਹ ਲੈ ਕੇ। ਘਰੋਂ ਪੰਜਾਲੀ ਨਾਲੋਂ ਮੈਂ ਨੈਣ ਖੋਲਿਆ ਤੇ ਬਾਹਰ ਨੂੰ ਟੁਰ ਪਈ। ਸਕੂਲ ਵਾਲਾ ਪਿੱਪਲ ਪਿੰਡੋਂ ਹਟ ਕੇ ਵੀ ਸੀ ਤੇ ਇਹਦੇ ਟਹਿਣ ਵੀ ਨੀਵੇਂ ਸਨ। ਪਿੱਪਲ ਥੱਲੇ ਆ ਕੇ ਮੈਂ ਰੱਸਾ ਖੋਲਿਆ। ਉਦੋਂ ਨਾਲ ਦੇ ਪਿੰਡੋਂ ਭੋਲਾ ਭਰਾਈ ਢੋਲ ਵਜਾ ਕੇ ਲੋਕਾਂ ਨੂੰ ਸਰਗੀ ਲਈ ਜਗਾ ਰਿਹਾ ਸੀ। ਉਸ ਪਿੰਡੋਂ ਭੋਲੇ ਸਿੱਧਾ ਸਾਡੇ ਪਿੰਡ ਆਉਣਾ ਸੀ ਤੇ ਉਹਦਾ ਰਾਹ ਵੀ ਸਾਡੇ ਪਿੰਡ 'ਚ ਵੜਨ ਵਾਲਾ ਇਸ ਪਿੱਪਲ ਦੇ ਥੱਲਿਓਂ ਦੀ ਲੰਘਦਾ ਸੀ। ਉਹਦੇ ਢੋਲ ਦੀ ਆਵਾਜ਼ ਨੇੜੇ ਆ ਰਹੀ ਸੀ, ਪਰ ਅਜੇ ਉਹ ਨਾਲ ਦੇ ਪਿੰਡ ਹੀ ਸੀ। ਉਹਨੂੰ ਆਉਂਦਿਆਂ ਅਜੇ ਚੰਗੀ ਘੜੀ ਲੱਗਣੀ ਸੀ ਤੇ ਮੈਂ ਉਦੋਂ ਤੱਕ ਆਪਣੇ ਕੰਮ ਤੋਂ ਵਿਹਲੀ ਵੀ ਹੋ ਗਈ ਹੋਣਾ ਸੀ। 2-3 ਵਾਰ ਰੱਸਾ ਟਹਿਣ ਤੇ ਸੁੱਟਿਆ ਤਾਂ ਕਿਧਰੇ ਜਾ ਕੇ ਰੱਸਾ ਟਹਿਣ ਨੂੰ ਪਿਆ। ਰੱਸੇ ਦਾ ਲਮਕਦਾ ਸਿਰਾ ਫੜ ਕੇ ਮੈਂ ਥੱਲੇ ਖਿੱਚ ਲਿਆ ਤੇ ਦੋਵੇਂ ਸਿਰੇ ਫੜ ਕੇ ਜਿਉਂ ਖਲੋਤੀ ਜਿਉਂ ਲੱਗੀ ਗੰਢਾਂ ਦੇਣ। ਪਰ ਮੈਨੂੰ ਤਿਲਕਣੀ ਗੰਢ ਨਹੀਂ ਸੀ ਦੇਣੀ ਆਉਂਦੀ। ਗੰਢਾਂ ਵੀ 2 ਦੇਣੀਆਂ ਸਨ, ਇੱਕ ਉੱਤੇ ਟਹਿਣ ਨਾਲ ਤੇ ਇੱਕ ਥੱਲੇ ਵਾਲੀ ਗੰਢ ਦਾ ਗਲਾਵਾਂ ਧੌਣ ਨੂੰ ਪਾ ਕੇ ਟਹਿਣ ਨਾਲ ਲਮਕ ਜਾਣਾ ਸੀ ਤੇ ਬਸ। ਪਰ ਮੈਂ ਕੱਚੀ ਜਾਨ ਦੀ, ਨਾ ਮੈਨੂੰ ਗੰਢਾਂ ਮਾਰਨੀਆਂ ਆਉਂਦੀਆਂ ਸਨ, ਨਾ ਹੀ ਲਮਕ ਕੇ ਫਾਹ ਲੈਣ ਦਾ ਵੱਲ। ਸਿੱਧੀ ਖੁਆਰੇ ਸਾਹ ਲੈਣ ਲਈ ਖਲੋ ਗਈ। ਲੋਕੀ ਸਾਹ ਘੁੱਟੀ ਸਿੱਧੀ ਦੀ ਗੱਲ ਸੁਣ ਰਹੇ ਸਨ, ਜਿਹੜੀ ਪਿੰਡ ਦੀ ਬੜੀ ਸੁਖੀ, ਬੜੀ ਸੌਖੀ, ਬੜੀ ਸੁਘੜ ਤੇ ਬੜੀ ਭਾਗਵਾਨ ਗਿਣੀ ਜਾਂਦੀ ਸੀ। ਸਿੱਧੀ ਗੱਲ ਟੋਰਨ ਲੱਗ ਪਈ। ਜਦੋਂ ਥਾਣੇਦਾਰ ਬੇਸਬਰੀ ਨਾਲ ਪੁੱਛਣ ਲੱਗਾ, ਪਰ ਕੁੜੇ ਤੂੰ ਫਾਹ ਕਿਉਂ ਲੈਣਾ ਚਾਹੁੰਦੀ ਸੀ? ਇਹ ਤਾਂ ਜੁਰਮ ਹੈ। ਹੋਵੇਗਾ ਜੁਰਮ। ਸਿੱਧੀ ਦਲੇਰੀ ਨਾਲ ਕਹਿਣ ਲੱਗੇ, ਮੈਂ ਫਾਹ ਕਿਉਂ ਲੈਣ ਲੱਗੀ ਸੀ? ਮੇਰੇ ਘਰ ਦੀ ਗੱਲ ਹੈ, ਤੁਹਾਨੂੰ ਤਾਂ ਮੈਂ ਦੱਸਣੋਂ ਰਹੀ, ਨਾ ਹੀ ਤੁਹਾਨੂੰ ਇਸ ਗੱਲ ਦੀ ਕੋਈ ਲੋੜ ਹੈ। ਭਲਾ ਨਾ ਸਹੀ, ਥਾਣੇਦਾਰ ਗੱਲ ਸੁਣਨ ਦੇ ਸ਼ੌਕ 'ਚ ਕਹਿਣ ਲੱਗਾ। ਫੇਰ ਸਿੱਧੀ ਹੌਕਾ ਭਰ ਕੇ ਬੋਲੀ, ਮੈਂ ਅਜੇ ਰੱਸੇ ਨੂੰ ਪੁੱਠੀਆਂ ਸਿੱਧੀਆਂ ਗੰਢਾਂ ਮਾਰ ਰਹੀ ਸੀ ਤਾਂ ਭੋਲਾ ਭਰਾਈ ਆ ਗਿਆ। 15ਵੀਂ ਰਾਤ ਦੇ ਚੰਨ ਦੀ ਲੋ ਦੇ ਪਿੱਪਲ ਦੇ ਛੋਰੇ 'ਚ ਖਲੋਤਿਆਂ ਮੈਨੂੰ ਉਸ ਵੱਲ ਵੇਖ ਕੇ ਇੱਕ ਵਾਰ ਤਾਂ ਉਹ ਡਰ ਗਿਆ, ਪਰ ਮੈਂ ਉਹਨੂੰ ਦੱਸਿਆ ਵੀ ਮੈਂ ਕੌਣ ਹਾਂ, ਉੱਥੇ ਉਸ ਵੇਲੇ ਕਿਸ ਮੁਸੀਬਤ ਨੂੰ ਫੜੀ ਖਲੋਤੀ ਹਾਂ। ਭੋਲਾ ਭਲਾ ਲੋਕ, ਨੇਕ ਆਦਮੀ, ਸਾਡੇ ਘਰਾਂ ਤੋਂ ਖਾਣ ਵਾਲਾ, ਕਦੇ ਤਾਂ ਕਰਕੇ ਨਾ ਵੇਖਣ ਵਾਲਾ, ਮੈਨੂੰ ਮੇਰੇ ਇਰਾਦੇ ਤੋਂ ਮੋੜਦਾ ਰਿਹਾ, ਸਮਝਾਉਂਦਾ ਰਿਹਾ, ਤਰਲਾ ਮਿੰਨਤ ਵੀ ਕਰਦਾ ਰਿਹਾ। ਮੈਂ ਵਾਸਤੇ ਪਾਉਂਦੀ, ਤਰਲੇ ਮਾਰਦੀ ਰਹੀ ਵੀ ਉਹ ਰੱਸੇ ਨੂੰ ਗੰਢਾਂ ਦੇ ਦੇਵੇ ਤੇ ਮੈਨੂੰ ਫਾਹਾ ਲੈਣ ਦਾ ਵੱਲ ਦੱਸ ਦੇਵੇ। ਤੇ ਮੈਂ ਉਹਨੂੰ ਰੱਬ ਰਸੂਲ ਦਾ ਵਾਸਤਾ ਦਿੱਤਾ, ਆਪਣੇ ਗੋਖੜੂ ਹੱਥਾਂ 'ਚੋਂ ਲਾਹ ਕੇ ਉਹਦੇ ਫੜਾ ਦਿੱਤੇ। ਭੋਲਾ ਇਨਕਾਰ ਨਾ ਕਰ ਸਕਿਆ ਤੇ ਮੰਨ ਗਿਆ। ਉਸ ਆਪਣੀ ਪੱਗ ਦਾ ਇੱਕ ਸਿਰਾ ਪਾੜ ਕੇ ਗੋਖੜੂ ਉਹਦੇ 'ਚ ਬੱਧੇ,
ਆਪਣੇ ਕੁੜਤੇ ਦੇ ਅੰਦਰਲੇ ਬੋਝੇ 'ਚ ਪਾ ਕੇ ਉਸ ਢੋਲ ਗਲੋਂ ਲਾਹ ਕੇ ਭੋਏ 'ਤੇ ਰੱਖਿਆ। ਡੰਗੋਰੀ ਹੱਥੋਂ ਰੱਖ ਕੇ ਉਸ ਰੱਸੇ ਦੇ ਇੱਕ ਸਿਰੇ ਨੂੰ ਤਿਲਕਣੀ ਗੰਢ ਦੇ ਕੇ ਰੱਸਾ ਖਿੱਚਿਆ ਤੇ ਤਿਲਕਣੀ ਗੰਢ ਤਾਂ ਚੜ ਗਈ, ਟਹਿਣ ਨਾਲ ਜਾ ਕੇ ਚੰਬੜ ਗਈ ਤੇ ਰੱਸੇ ਦੇ ਦੂਜੇ ਸਿਰੇ ਨੂੰ ਮੇਰੇ ਕੱਦ ਭੋਏ ਨਾਲੋਂ ਹੇਠੋਂ ਉੱਤੋਂ ਨਾਪ ਕੇ ਉਹ ਬੜੀ ਸਮਝਦਾਰੀ ਨਾਲ ਦੂਸਰੀ ਤਿਲਕਣ ਗੰਢ ਮਾਰੀ। ਰੱਸੇ ਦਾ ਗੰਢ ਵਾਲਾ ਗਲਾਵਾਂ ਖੁੱਲਾ ਕਰਕੇ ਮੇਰੇ ਵੱਲ ਵਧਾਇਆ। ਬਸ ਬੀਬੀ, ਕਿਸੇ ਉੱਚੀ ਥਾਂ ਖਲੋ ਕੇ ਇਹ ਗਲਾਵਾਂ ਗਲ 'ਚ ਪਾ ਕੇ ਜ਼ਰਾ ਘੁੱਟ ਲਵੀਂ, ਫਿਰ ਠਾਹ ਲਮਕ ਪਵੀਂ, ਰੱਬ ਚਾਹਿਆ ਤੇ ਤੇਰਾ ਕੰਮ ਹੋ ਜਾਏਗਾ। ਮੈਨੂੰ ਗੱਲ ਦੀ ਸਮਝ ਨਾ ਆਈ, ਕਿੱਥੇ ਖਲੋ ਕੇ ਕਿਵੇਂ ਠਾਹ ਲਮਕ ਪਵਾਂ। ਮੈਂ ਆਖਿਆ, ਵੇ ਵੀਰ, ਜਿਉਂਦਾ ਵਸਦਾ ਰਵੇਂ, ਗੱਲ ਮੇਰੇ ਪੱਲੇ ਨਹੀਂ ਪਈ। ਫੇਰ ਦੱਸ। ਉਹ ਜੁੱਤੀ ਲਾ ਕੇ ਆਪਣੇ ਢੋਲ 'ਤੇ ਖਲੋ ਗਿਆ। ਇੰਜ ਥੱਲੇ 8-10 ਇੱਟਾਂ ਰੱਖ ਲਵੀਂ ਭੈਣ ਮੇਰੀਏ, ਇੱਟਾਂ ਸਕੂਲ ਵਾਲੇ ਨਲਕੇ ਅੱਗੇ ਬੜੀਆਂ ਪਈਆਂ ਨੇ। ਫਿਰ ਢੋਲ 'ਤੇ ਖਲੋ ਕੇ ਉਸ ਰੱਸੇ ਵਾਲਾ ਗਲਾਵਾਂ ਆਪਣੇ ਗਲੇ 'ਚ ਪਾਇਆ, ਗੰਢ ਤਿਲਕਾ ਕੇ ਘੁੱਟੀ ਜਿਵੇਂ ਘੜੇ ਦੇ ਗਲ ਨੂੰ ਲੱਜਦਾ ਗਲਾਵਾਂ ਪਾ ਕੇ ਘੁੱਟੀਦਾ। ਫਿਰ ਭੋਲਾ ਆਖਰੀ ਵਾਰ ਬੋਲਿਆ ਤੇ ਕਹਿਣ ਲੱਗਾ, ਇੰਜ ਗਲਾਵਾਂ ਗਲ 'ਚ ਪਾ ਕੇ ਗੰਢ ਪੀਚਣੀ ਹੈ, ਇੰਜ ਇੱਟਾਂ ਤੋਂ ਥੱਲੇ ਲਮਕ ਪੈਣਾ। ਤੇ ਉਹ ਦੋਵੇਂ ਪੈਰ ਢੋਲ ਤੋਂ ਚੁੱਕ ਕੇ ਠਾਂ ਲਮਕਾਏ। ਢੋਲ ਰਿੜ ਕੇ ਪਰਾਂ ਹੋ ਗਿਆ। ਭੋਲੇ ਦੇ ਗਲ ਦੁਆਲੇ ਤਿਲਕਣੀ ਗੰਢ ਘੁੱਟੀ ਗਈ। ਉਸ ਬੜੇ ਹੱਥ ਪੈਰ ਮਾਰੇ, ਪਰ ਗੰਢ ਹੋਰ ਘੁੱਟੀ ਗਈ। ਉਹਦੇ ਆਨੇ ਅੱਖਾਂ 'ਚੋਂ ਬਾਹਰ ਨਿਕਲ ਆਏ। ਉਹਨੂੰ ਫਾਹਾ ਆ ਗਿਆ। ਉਹਦੇ ਸਰੀਰ 2-1 ਝਟਕੇ ਖਾਧੇ ਤਾਂ ਉਹਦਾ ਦਮ ਨਿਕਲ ਗਿਆ। ਉਹਦੇ ਪੈਰ ਭੋਏ ਤੋਂ ਹੱਥੋਂ ਤਾਂ ਇੱਕ ਥਾਂ ਖਲੋ ਗਏ। ਸਿੱਧੀ ਰੋਣ ਡੈ ਪਈ। ਘੁੰਡ ਦੇ ਵਿੱਚੋਂ ਵੀ ਉਹਦੇ ਸੁਣੱਕੇ ਸੁਣੇ ਜਾਂਦੇ। ਫੇਰ? ਥਾਣੇਦਾਰ ਪੁੱਛੇ। ਫੇਰ ਕੀ ਹੋਇਆ? ਫੇਰ ਕੀ? ਸਿੱਧੀ ਬੋਲੀ, ਮੈਂ ਡਰ ਗਈ। ਮੈਂ ਉਹਨੂੰ ਬਚਾਉਣਾ ਚਾਹੁੰਦੀ ਸੀ, ਪਰ ਕੀ ਕਰ ਸਕਦੀ ਸੀ। ਮੈਂ ਕਿਸੇ ਨੂੰ ਫਾਹ ਲੈ ਕੇ ਮਰਦਿਆਂ ਪਹਿਲੀ ਵਾਰ ਵੇਖਿਆ ਸੀ। ਡਰ ਤੇ ਦਹਿਸ਼ਤ ਨਾਲ ਅੰਦਰੋਂ ਨਿਕਲਦੀ ਚੀਕ ਨੂੰ ਮੈਂ ਆਪਣੇ ਮੂੰਹ ਅੱਗੇ ਹੱਥ ਰੱਖ ਕੇ ਡੱਕਿਆ। ਘਰ ਨੂੰ ਦੌੜ ਪਈ। ਡਰਦਿਆਂ ਮੈਂ ਇਹ ਗੱਲ ਕਿਸੇ ਨਾਲ ਨਾ ਕੀਤੀ, ਆਪਣੇ ਜੱਟ ਨਾਲ ਵੀ ਨਹੀਂ। ਸਿੱਧੀ ਫੇਰ ਰੋਣ ਲੱਗ ਪਈ। ਇਹ ਗੱਲ ਹੱਕੀ ਸੱਚੀ ਸੀ, ਹਰ ਬੰਦੇ ਦੇ ਮੰਨਣ 'ਚ ਆਉਂਦੀ ਸੀ, ਪਰ ਸ਼ੇਖ ਥਾਣੇਦਾਰ ਨੇ ਇਹ ਗੱਲ ਸਿੱਧੀ ਤੇ 10 ਤੋਲਿਆਂ ਦੇ ਗੋਖੜੂ ਤੇ 50 ਰੁਪਏ ਘਰ ਪ੍ਰਤੀ ਲੈ ਕੇ ਮੰਨੀ। ਪਿੰਡ ਵਾਲਿਆਂ ਉਸ ਹਾੜੀ ਦੇ ਭੋਲੇ ਭਰਾਈ ਦੇ ਵਾਰਸਾਂ ਨੂੰ ਇੱਕ ਭਰੀ ਕਣਕ ਘਰ ਪ੍ਰਤੀ ਦੀ ਥਾਂ ਇੱਕ ਪੰਡ ਕਣਕ ਘਰ ਪ੍ਰਤੀ ਦਿੱਤੀ ਤੇ ਭੋਲੇ ਦੇ ਕਫਨ ਦਾ ਖਰਚਾ ਵੀ। ਧੰਨਵਾਦ।